ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਗੁਰੂਸਰੀਆ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਬਈ 6ਵੇਂ ਪੇ ਕਮਿਸ਼ਨ ਦੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਉਹਦੇ ਬਾਰੇ ਕੋਈ ਸਰਕਾਰ ਨੇ ਕੋਈ ਬਿਆਨਬਾਜ਼ੀ, ਕੋਈ ਐਕਸ਼ਨ ਲਿਆ ਹੋਵੇ, ਉਹਦੇ ਤੇ ਕੋਈ ਹੈ ਕੋਈ ਤੁਹਾਡੇ ਪਾਸ ਕੋਈ ਇਨਫੋਰਮੇਸ਼ਨ? ਕੋਈ 6ਵੇਂ ਪੇ ਕਮਿਸ਼ਨ ਦਾ ਦੇਖੋ ਉਹਦਾ ਇਹਨਾਂ ਨੇ ਐਲਾਨ ਕੀਤਾ ਸੀਗਾ, ਪਰ ਉਹਦਾ ਰੌਲਾ ਹੈ ਜਿਵੇਂ ਡਾਕਟਰ ਵਿਰੋਧ ਕਰ ਰਹੇ ਨੇ। ਡਾਕਟਰ ਕਹਿੰਦੇ ਕਿ ਸਾਡੇ ਹਿੱਤ ਨੁਕਸਾਨੇ ਗਿਆ, ਉਹਦਾ ਸਾਡਾ ਜਿਹੜਾ ਆ ਉਹ ਲਾਸ ਵੱਧ ਗਿਆ, ਕਿਉਂਕਿ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਜਿੱਦਾਂ ਕੋਈ ਮੁਲਾਜ਼ਮ ਜਥੇਬੰਦੀ ਦਾ ਮਾਹਰ ਦੱਸਦਾ ਕਿ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਹੁੰਦਾ। ਇੱਕ ਚੀਜ਼ ਦਾ ਇਹ ਰੌਲਾ ਸੀਗਾ ਕਿ ਪੇ ਕਮਿਸ਼ਨ ਜਿੰਨਾ ਪਿੱਛੇ ਤੋਂ ਲਾਗੂ ਹੋਣਾ ਚਾਹੀਦਾ ਸੀ ਬੈਕ ਡੇਟ ਤੋਂ, ਉਹ ਨਹੀਂ ਹੋਇਆ। ਉਹਦਾ ਮੁਲਾਜ਼ਮ ਜਿਹੜੇ ਆ ਵਿਰੋਧ ਕਰਦੇ ਆ। 2-3 ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਕੰਟਰੋਵਰਸ਼ੀਅਲ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਾਕਟਰ ਕਹਿੰਦੇ ਆ ਕਿ ਸਾਡਾ ਲਾਸ ਹੋ ਗਿਆ, ਤੇ ਦੂਸਰੇ ਪਾਸੇ ਇੱਕ ਸਮੂਹਿਕ ਤੌਰ ਤੇ ਵਿਰੋਧ ਹੈ ਕਿ ਜੋ ਬੈਕ ਡੇਟ ਤੋਂ ਲਾਗੂ ਹੋਣਾ ਸੀਗਾ ਉਹ ਨਹੀਂ ਹੋਇਆ। ਬਾਕੀ ਕੋਈ ਰਿਟਾਇਰਡ ਅਧਿਕਾਰੀ, ਕੋਈ ਮੁਲਾਜ਼ਮ, ਕੋਈ ਕਰਮਚਾਰੀ ਹੀ ਬਿਹਤਰ ਦੱਸ ਸਕਦਾ ਕਿ ਪੇ ਕਮਿਸ਼ਨ ਦਾ ਕਿੰਨਾ ਫਾਇਦਾ ਹੁੰਦਾ। ਪਰ ਮੈਂ ਤੁਹਾਨੂੰ ਦੱਸਿਆ ਕਿ ਦੋ ਮੁੱਢਲੇ ਇਸ ਵਕਤ ਜਿਹੜੇ ਨੁਕਤੇ ਆ ਉਹ ਵਿਰੋਧ ਦੇ ਵਿੱਚ ਸਾਡੇ ਲਿਸਨਰ ਸਾਨੂੰ ਉਹਨਾਂ ਦਾ ਕੁਐਸਚਨ ਹੁੰਦਾ ਹੈ, ਕਾਫੀ ਉਹ ਰੁਚੀ ਰੱਖਦੇ ਨੇ ਇਹਦੇ ਬਾਰੇ, ਉਹਨਾਂ ਨੂੰ ਸ਼ਾਇਦ ਇਨਫੋਰਮੇਸ਼ਨ ਮਿਲ ਗਈ ਹੋਵੇਗੀ। ਕਿਸਾਨ ਆਗੂ ਕਹਿੰਦੇ ਨੇ ਕਿ ਮਹਿੰਗਾਈ ਦੇ ਵਿਰੁੱਧ ਨਿਤਰੋ ਜਾਂ ਫਿਰ ਸਹਿਨ ਕਰੋ। ਇਹ ਤੇ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਜੀ ਨਿਤਰਨਾ ਚਾਹੀਦਾ। ਮੇਰਾ ਨਜ਼ਰੀਆ ਤੇ ਬਿਲਕੁਲ ਸਿੱਧਾ ਬਾਟ ਆ। ਮਾਰੇ ਗਏ ਆ, ਲੁੱਟੇ ਗਏ ਆ। ਰਣਜੀਤ ਮਣੀ ਦਾ ਗਾਣਾ ਹੀ ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ। ਉੱਥੇ ਤੇ ਉਹ ਕਹਿੰਦਾ ਸੋਹਣੇ ਦਿਲ ਲੈ ਕੇ ਬੇਵਫਾ ਹੋ ਗਏ, ਇੱਥੇ ਵੋਟ ਲੈ ਕੇ ਬੇਵਫਾ ਹੋ ਗਏ। ਜੀ ਜੀ, ਮਤਲਬ ਕਿ ਛੱਡ ਕੇ ਇੰਨੇ ਬੇਪਰਵਾਹ ਹੋ ਗਏ ਆ ਕਿ ਮਰਨ ਵਾਸਤੇ ਛੱਡ ਦਿੱਤਾ ਗਿਆ। ਲੋਕਾਂ ਦੀ ਥਾਲੀ ਦੇ ਵਿੱਚੋਂ ਰੋਟੀ ਜਿਹੜੀ ਆ ਉਹ ਭੁਰ ਕੇ ਗਾਇਬ ਹੋ ਰਹੀ ਹੈ। ਤਾਂ ਜੇ ਨਹੀਂ ਰੋਟੀ ਲਈ ਵੀ ਨਹੀਂ ਬੋਲ ਸਕਦਾ ਕੋਈ ਇਨਸਾਨ, ਮੈਂ ਇਹ ਨਹੀਂ ਕਹਿੰਦਾ ਕਿ ਨਰਿੰਦਰ ਮੋਦੀ ਦੇ ਵਿਰੁੱਧ ਬਗਾਵਤ ਕਰੋ। ਸਾਰੀਆਂ ਸਰਕਾਰਾਂ ਹੀ ਨੇ। ਮਨਮੋਹਨ ਸਿੰਘ ਸਰਕਾਰ ਵੇਲੇ ਵੀ ਵਿਰੋਧ ਹੁੰਦੇ ਸੀਗੇ। ਬੀਬੀ ਇਰਾਨੀ ਜਿਹੜੀ ਆ ਉਹ ਸਿਲੰਡਰ ਲੈ ਕੇ ਬੈਠੀ ਸੀਗੀ ਸੜਕ ਤੇ, ਅਨਿਲ ਵਿਜ ਮੇਰੇ ਵਰਗਾ ਢਿੱਡ ਕੱਢ ਕੇ ਤੇ ਨੰਗੇ ਧੜ ਪ੍ਰਦਰਸ਼ਨ ਕਰਦਾ ਹੁੰਦਾ ਤੇਲ ਦੀਆਂ ਕੀਮਤਾਂ ਦੇ ਵਿਰੋਧ ਦੇ ਵਿੱਚ। ਨਾ ਤਾਂ ਆਲੂ ਗੰਢਿਆਂ ਦੀ ਮਾਲਾ ਕੌਣ ਭੁੱਲ ਸਕਦਾ, ਸੁਸ਼ਮਾ ਸਵਰਾਜ ਦੇ ਗੱਲ ਦੇ ਵਿੱਚ ਹੁੰਦੀ ਸੀ। ਇਹ ਚੀਜ਼ਾਂ ਨੇ ਕਿ ਮਹਿੰਗਾਈ ਤੇ ਮਾਰਦੀ ਹਰ ਟਾਈਮ। ਜੇ ਤੁਸੀਂ ਦੇਖੋ ਤੇ ਕਿੰਨਾ ਸਮਾਂ ਪਹਿਲਾਂ ਫਿਲਮਾਂ ਦੇ ਵਿੱਚ ਮਹਿੰਗਾਈ ਤੇ ਗਾਣੇ ਸੀ। ਜੀ ਬਿਲਕੁਲ, ਮਹਿੰਗਾਈ ਜਿਹੜੀ ਆ ਲੋਕਾਂ ਨੂੰ ਮਾਰ ਰਹੀ ਸੀ। ਤਾਂ ਦੇਖੋ ਹੁਣ ਤਾਂ ਚੀਜ਼ ਕੱਢਣ ਵਾਲੀ ਗੱਲ ਹੈ ਨਾ, ਜਦੋਂ ਚੀਜ਼ ਤੁਹਾਡੇ ਜਿਸਮ ਦੇ ਵਿੱਚ ਨਿਕਲਦੀ ਹੈ ਤਾਂ ਫਿਰ ਤੁਹਾਨੂੰ ਚੀਕ ਵੀ ਮਾਰਨੀ ਚਾਹੀਦੀ ਹੈ। ਕਿੰਨਾ ਕੁ ਚਿਰ ਘੁੱਟ ਕੇ ਰੱਖੋਗੇ ਆਪਣੇ ਬਦਨ ਨੂੰ ਕਿ ਹਾਂ ਬਰਦਾਸ਼ਤ ਕਰ ਲੂੰਗੇ, ਅਖੀਰ ਤਾਂ ਤੁਹਾਨੂੰ ਚੀਜ਼ ਮਾਰਨੀ ਚਾਹੀਦੀ ਹੈ। ਸਾਡੇ ਚੀਜ਼ ਉੱਠ ਰਹੀ ਆ, ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ। ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਦੇਖੋ ਜਦੋਂ ਘਟ ਗਈ ਖਪਤ ਤੇਲ ਦੀ ਪਿਛਲੇ ਸਾਲ ਅਪ੍ਰੈਲ ਮਈ ਦੇ ਵਿੱਚ, ਤਾਂ ਉਸ ਟਾਈਮ $20 ਪ੍ਰਤੀ ਬੈਰਲ ਦਾ ਰੇਟ ਸੀਗਾ ਮੇਰੇ ਖਿਆਲ ਦੇ ਨਾਲ, ਕੱਚੇ ਤੇਲ ਦਾ, ਜਿਹਨੂੰ ਕਰੂਡ ਆਇਲ ਕਹਿੰਦੇ ਆਪਾਂ। ਤਾਂ ਉਸ ਟਾਈਮ ਜੋ ਇੱਕ ਰਾਹਤ ਮਿਲਣੀ ਚਾਹੀਦੀ ਸੀਗੀ, ਸਰਕਾਰ ਨੇ ਇਹ ਕਹਿ ਕੇ ਲੋਕਾਂ ਨੂੰ ਨਹੀਂ ਦਿੱਤੀ ਕਿ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੈ। ਲੋਕਾਂ ਕਿਹਾ ਠੀਕ ਹੈ ਅਸੀਂ ਤੇ ਘਰਾਂ 'ਚ ਬੈਠੇ ਹਾਂ। ਤਦ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਤਕਰੀਬਨ 6 ਲੱਖ ਕਰੋੜ ਰੁਪਈਆ ਗਵਰਨਮੈਂਟ ਨੇ ਟੈਕਸਾਂ ਤੋਂ ਕਮਾ ਲਿਆ, ਇਕੱਲੇ ਤੇਲ ਤੋਂ। ਜੀ ਜਦ ਤੁਸੀਂ ਇੰਨੀ ਵੱਡੀ ਕਮਾਈ ਕਰ ਲਈ ਆ, ਐਕਸਪੋਰਟ ਜਿਹੜਾ ਇੰਡੀਆ ਦਾ ਉਹ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਦਰਜ ਹੋਇਆ ਇਸ ਕੁਆਟਰ ਦਾ। ਅਚੀਵਮੈਂਟ ਵੀ ਦੱਸਦੇ ਲੋਕ, ਕਹਿੰਦੇ ਨਾ ਕਿ ਅਸੀਂ ਅੰਨ੍ਹੇਵਾਹ ਮੋਦੀ ਦੇ ਲੋਚੇ ਕਿਹਾ। ਅਚੀਵਮੈਂਟ ਵੀ ਮੈਂ ਤੁਹਾਨੂੰ ਦੱਸਦਾ, ਅੱਜ ਤੱਕ ਦੀ ਹਿਸਟਰੀ ਦਾ 98 ਬਿਲੀਅਨ ਦਾ ਐਕਸਪੋਰਟ ਕੀਤਾ ਇੰਡੀਆ ਨੇ। ਆ 3 ਮਹੀਨੇ ਜਿਹੜੇ ਲੰਘੇ ਆ, ਪਹਿਲਾ ਕੁਆਟਰ ਹੈ ਜਿਹੜੇ, ਬਹੁਤ ਵੱਡਾ ਮਾਰਕ ਹੈ ਇਹ। ਕਿਉਂਕਿ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕੋਰੋਨਾ ਨੇ ਉਤਲ ਪੁਤਲ ਕੀਤੀ ਆ। ਚਲੋ ਇੰਡੀਆ ਮੁਲਕ ਇਹੋ ਜਿਹਾ ਕਿ ਇੱਥੇ ਹੈਗੇ ਆ ਜਿੱਦਾਂ ਲੇਬਰ ਦਾ ਸੰਸਾਧਨ ਹੈਗਾ ਆ, ਹੋਰ ਵਸੀਲੇ ਹੈਗੇ ਆ। ਆਲ ਟਾਈਮ ਹਾਈਐਸਟ ਕਹਿ ਲੋ ਕਿ ਐਕਸਪੋਰਟ ਹੈ ਇੰਡੀਆ ਦਾ। ਤਾਂ ਜਦੋਂ ਤੁਸੀਂ ਇੱਥੇ ਪਹੁੰਚ ਗਏ ਹੋ, ਤੁਹਾਡਾ ਖੇਤੀ ਦਾ ਐਕਸਪੋਰਟ ਹੈ ਜਿਹੜਾ 3.25 ਲੱਖ ਕਰੋੜ ਦਾ ਤਾਂ ਉਹ ਹੈ ਸੀ ਪਿਛਲੇ ਸਾਲ
ਜਿੱਦਾਂ ਲਾ ਲਓ ਕਿ ਆ ਜਿਹੜਾ 2021 ਸੀਗਾ 21-22 ਦਾ ਡਾਟਾ ਆਏਗਾ ਤਾਂ ਉਹ ਵੀ ਬਹੁਤ ਤਕੜਾ ਜ਼ਬਰਦਸਤ ਕਹਿ ਲਓ ਕਿ ਉਹਦੇ ਵਿੱਚ ਵੀ ਇੱਕ ਇਜ਼ਾਫਾ ਸੀਗਾ ਕਿ 2,38,000 ਕਰੋੜ ਤੋਂ ਉਹ ਤਕਰੀਬਨ 2.25 ਲੱਖ ਕਰੋੜ ਤੇ ਚਲੇ ਜਾਂਦਾ ਹੈ। ਮਤਲਬ ਕਿ ਤੁਸੀਂ ਪੈਸਾ ਕਮਾ ਰਹੇ ਹੋ। GST ਦੀ ਕਲੈਕਸ਼ਨ ਵੀ ਤੁਹਾਡੀ ਪਿਛਲੇ ਕੁਆਟਰ 'ਚ ਮੇਰੇ ਖਿਆਲ ਦੇ ਨਾਲ ਚੱਲ ਗਈ ਸੀਗੀ 1 ਲੱਖ ਕਰੋੜ ਰੁਪਇਆ, ਇੱਕ ਮਹੀਨੇ 'ਚ ਚੱਲ ਗਈ ਸੀਗੀ, ਇੱਕ ਮਹੀਨੇ ਦੀ 1 ਲੱਖ ਕਰੋੜ ਰੁਪਇਆ। ਐਤਕੀ ਥੋੜੀ ਜਿਹੀ ਡਾਊਨ ਹੋ ਗਈ ਆ। ਜਦ ਤੁਹਾਡੇ ਕੋਲ ਰੈਵਨਿਊ ਆ ਰਿਹਾ ਤਦ ਤਾਂ ਤੁਸੀਂ ਥੋੜਾ ਕਰੋ ਨਾ, ਰਾਹਤ ਦੇ ਦਿਓ। ਕਿਉਂਕਿ ਦੇਖੋ ਤੇਲ ਆ, ਜਿੱਦਾਂ ਤੇਲ ਦੀਆਂ ਕੀਮਤਾਂ ਮੈਂ ਤੁਹਾਨੂੰ ਕਿਹਾ ਸੀਗਾ ਨਾ, ਮੇਰੀ ਗੱਲ ਸ਼ਾਇਦ ਤੁਹਾਨੂੰ ਯਾਦ ਹੋਏਗੀ ਕਿ ਬੰਗਾਲ ਚੋਣਾਂ ਤੋਂ ਬਾਅਦ ਤੇਲ ਜਿਹੜਾ ਇਹ 5-7 ਰੁਪਏ ਵਧੇਗਾ, ਪਰ ਹੁਣ ਇਹਨੂੰ ਲੱਗਦਾ ਤੇਲ 5-7 ਨਹੀਂ ਵਧੇਗਾ, ਤੇਲ ਤੇ ਪੈਟਰੋਲ ਤਾਂ 50 ਰੁਪਏ ਵਧੇਗਾ। ਕਿਉਂ? ਕਿਉਂਕਿ OPEC ਕੰਟਰੀਆਂ ਨੇ ਇੱਕ ਐਗਰੀਮੈਂਟ ਕੀਤਾ ਹੋਇਆ ਕਿ 2022 ਤੱਕ ਅਸੀਂ ਆਪਣੀ ਜਿਹੜੀ ਉਹਨਾਂ ਦੀ ਮਤਲਬ ਕਿ ਤੇਲ ਦੀ ਕਹਿ ਲਓ ਕਿ ਜੋ ਵੀ ਸਪਲਾਈ ਹੈ ਉਹਦੇ 'ਚ ਕਟੌਤੀ ਰੱਖਾਂਗੇ। ਤਾਂ 2022 ਤੱਕ ਤੇਲ ਵੱਧਦਾ ਤੁਸੀਂ ਦੇਖੋ ਕਿ 150 ਤੱਕ ਵੀ ਚੱਲ ਜੂਗਾ ਇੰਡੀਆ 'ਚ। ਪੈਟਰੋਲ 150 ਚੱਲ ਜਾਏਗਾ, ਡੀਜ਼ਲ ਹੈ ਜਿਹੜਾ ਉਹ ਮੰਨ ਲਓ 100 ਤੋਂ 110 ਤੱਕ ਚਲਾ ਜਾਂਦਾ ਹੈ। ਤਾਂ ਇਹਦਾ ਮਤਲਬ ਹੈ ਕਿ ਇੱਕ ਭਿੰਡੀ ਤੋਰੀ ਦੀ ਸਬਜ਼ੀ ਜਿਹੜੀ ਆ ਉਹ ਵੀ ਸਾਡੀ ਆਮ ਬੰਦੇ ਨੇ ਜੇ ਖਾਣੀ ਹੋਵੇ ਤਾਂ 50-60 ਨੂੰ ਪੈ ਜਾਊਗੀ। ਜੀ 50-60 ਨੂੰ ਤਾਂ ਆਮ ਹੀ ਵਿਕਦੀ ਆ, 100 ਨੂੰ ਪੈ ਜਾਊਗੀ ਮੇਰੇ ਖਿਆਲ ਦੇ ਨਾਲ। ਜੇ ਹੁਣ ਵੀ ਨਹੀਂ ਕੋਈ ਬੋਲ ਸਕਦਾ ਕਿ ਵਕਤੀ ਤੌਰ ਤੇ ਰਾਹਤ ਦਿਓ, ਜਿੱਦਾਂ ਹੁਣ ਮੈਂ ਕਿਹਾ ਤੁਹਾਨੂੰ ਕਿ 1 ਸਾਲ ਤੇਲ ਦੀਆਂ ਕੀਮਤਾਂ ਘਟਣ ਦਾ, ਕਿਉਂਕਿ UAE ਨੇ ਇਨਕਾਰ ਕਰ ਦਿੱਤਾ। UAE ਵਿਗੜ ਗਿਆ, ਉਹ ਕਹਿੰਦਾ ਕਿ ਜੇ ਤੁਸੀਂ ਬਈ ਮਤਲਬ ਕਿ OPEC ਕੰਟਰੀਆਂ ਦੀ ਪਿਛਲੇ ਦਿਨੀ ਮੀਟਿੰਗ ਸੀਗੀ, UAE ਕਹਿੰਦਾ ਕਿ ਹਾਂ ਜੇ ਵਧਾਵਾ ਕਰਨਾ ਤੇਲ ਕੱਢਣ 'ਚ ਤਾਂ ਸਾਨੂੰ ਤੁਸੀਂ ਤਕਰੀਬਨ 4.25 ਮਿਲੀਅਨ ਗੈਲਨ ਜੋ ਵੀ ਕੱਢਦੇ ਆ ਉਹ ਸਾਨੂੰ ਕੱਢਣ ਦਿਓ। ਉਹ ਕਹਿੰਦੇ ਕਿ ਨਹੀਂ ਘੱਟ, ਸਾਊਦੀ ਵਾਲੇ ਕਹਿੰਦੇ ਕਿ ਸਾਨੂੰ ਜ਼ਿਆਦਾ ਦਿਓ। ਤਾਂ ਇਸੇ ਕਰਕੇ ਦੋਵੇਂ ਦੇਸ਼ ਜਿਹੜੇ ਆਪਸ 'ਚ ਟਕਰਾ ਗਏ, ਉਹ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ। ਸੋ ਹਾਲੇ ਜਦੋਂ ਇਸ ਤਰ੍ਹਾਂ ਦੀ ਕੋਈ ਪੋਸੀਬਿਲਿਟੀ ਨਹੀਂ ਹੈ ਕਿ ਉਧਰੋਂ ਕੋਈ ਰਾਹਤ ਮਿਲੇਗੀ ਤੇਲ ਵੱਲੋਂ ਜਿਹਦੇ ਨਾਲ ਮਹਿੰਗਾਈ ਜੁੜੀ ਆ, ਤਾਂ ਤੁਸੀਂ ਆਪਣੇ ਕੋਲੋਂ ਇੱਕ ਰਾਹਤ ਦੇ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਭੰਡਾਰੇ ਫੁੱਲ ਨੇ ਇਸ ਟਾਈਮ। ਤੁਸੀਂ ਰੋਣਾ ਜਿੰਨਾ ਮਰਜ਼ੀ ਰੋਈ ਜਾਓ, ਤੁਸੀਂ ਰੈਵਨਿਊ ਇਕੱਠਾ ਕਰ ਲਿਆ ਲੋਕਾਂ ਕੋਲ, ਜਦੋਂ ਤੁਸੀਂ ਲੋਕਾਂ ਕੋਲ ਇਕੱਠਾ ਕਰ ਲਿਆ, ਤੁਹਾਡੀ ਇਕਨੋਮੀ ਚਾਹੇ ਜਿੱਦਾਂ ਦੀ ਮਰਜ਼ੀ ਹੋਵੇ, ਤਾਂ ਲੋਕਾਂ ਨੂੰ ਰਾਹਤ ਦੇਣਾ ਵੀ ਤਾਂ ਤੁਹਾਡਾ ਫਰਜ਼ ਹੈ ਨਾ। ਇਸ ਕਰਕੇ ਰਾਜੇਵਾਲ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਜਾਂ ਤਾਂ ਕਰੋ ਜਾਂ ਮਰੋ, ਜਾਂ ਤਾਂ ਸੜਕਾਂ ਤੇ ਆ ਜਾਓ, ਕੱਲ ਨੂੰ ਅਸੀਂ ਇਸ ਮਹਿੰਗਾਈ ਦੇ ਵਿਰੁੱਧ ਸ਼ੁਰੂ ਕਰਾਂਗੇ, ਤੇ ਜਾਂ ਫਿਰ ਚੁੱਪ ਕਰਕੇ ਦੰਦਾਂ ਥੱਲੇ ਜੀਭ ਦੇ ਕੇ ਤੇ ਬੈਠੇ ਰਹੋ, ਇੱਧਰ ਰੋਈ ਚਲੋ ਉੱਧਰ ਰੋਈ ਚਲੋ। ਕਿਉਂਕਿ ਦੇਖੋ ਜੇ ਹਾਲ ਆ ਤਾਂ ਮੀਡੀਆ ਸਰਕਾਰੀ ਤਲਵੇ ਚੱਟ ਰਹੀ ਹੈ, ਗਰੀਬ ਪਰ ਬੈਠ ਨੇਤਾ ਖਾ ਰਹੇ ਚਾਟ। ਉਹ ਕਹਿੰਦੇ ਆ ਨਾ, ਕਵਿਤਾ ਜੀ ਆਈ ਸੀ ਪਿੱਛੇ, ਮੀਡੀਆ ਸਰਕਾਰੀ ਤਲਵੇ ਚੱਟ ਰਹੀ ਹੈ, गरीब पर बैठ नेता खा रहे चाट, सोते रहो ना उठोगे आवाज उठाओगे तो हो जाएगी खड़ी खाट। मैं इस तरह पढ़ी सी एक थां ते कविता बहुत लंबी चौड़ी सी महंगाई को लेके, जे तुसी उठोगे नहीं तो खाट खड़ी हो जाएगी। फिर यही हाल है। ते बाकी कुछ लोग महंगाई के मुद्दे ते किसानों को घेरन जा रहे हैं कि तुसी ये भाई क्यों महंगाई वाला मुद्दा क्यों चुक रहे हो, पर इसका कंसर्न सीधा खेती नाल है। कश्मीर विच हदबंदी ते शक जताया है, इहदे बारे तुहाडा नज़रिया की है? देखो कश्मीर का जिहड़ा हदबंदी की हुंदी है, हदबंदी हुंदी है जिवें आपां देखदे हां अपने हैगे ना विधान सभा हलका ते लोक सभा हलका, तुसीं अपने आले दुआले कदे वेखो कि वो किवें बदले आ। बिल्कुल पहला ब्यास हलका हुंदा सी ना, किसी टाइम ब्यास दी चोण SPPC वाली बड़ी मशहूर रही है, याद होना 70 दे दहाके च शायद होई सी चोण। तां ਉਹ ਬਾਅਦ ਦੇ ਵਿੱਚ ਖਡੂਰ ਸਾਹਿਬ ਬਣਿਆ। ਇਹ ਇਸ ਤਰ੍ਹਾਂ ਜਿੱਦਾਂ ਹਲਕੇ ਬਦਲਦੇ ਜਾਂਦੇ ਆ। ਸਾਡਾ ਪਿੰਡ ਜਿਹੜਾ ਸੀਗਾ ਕਿਸੇ ਟਾਈਮ ਫਰੀਦਕੋਟ ਜਿਹੜਾ ਹੈਗਾ ਸੀਗਾ ਲੋਕ ਸਭਾ ਹਲਕਾ ਉਹਦੇ ਨਾਲ ਸੀ, ਬਾਅਦ ਚ ਤੋੜ ਕੇ ਕੀਤਾ ਗਿਆ ਸਾਨੂੰ ਬਠਿੰਡਾ ਲੋਕ ਸਭਾ ਲੰਬੀ ਨੂੰ ਇੱਧਰ ਲਾ ਦਿੱਤਾ ਗਿਆ ਬਠਿੰਡੇ ਦੇ ਨਾਲ। ਮਲੋਟ ਜਿਹੜਾ ਸਾਡਾ ਉਹ ਲੱਗਦਾ ਜਾ ਕੇ ਮੁਕਤਸਰ ਦੇ ਪਿੰਡ ਜਿਹੜੇ ਆ ਉਹ ਵੀ ਮਲੋਟ ਬਲਾਕ ਦੇ ਵਿੱਚ ਪਾ ਦਿੱਤੇ, ਮਲੋਟ ਹਲਕੇ ਚ ਪਾ ਦਿੱਤੇ। ਸੋ ਇਸ ਤਰ੍ਹਾਂ ਇਹ ਚੀਜ਼ ਨੂੰ ਕਹਿੰਦੇ ਆ ਕਿ ਹੱਦਬੰਦੀ, ਡੀਲਿਮਿਟੇਸ਼ਨ ਜੋ ਹੁੰਦੀ ਆ ਉਹਨੂੰ ਕਹਿੰਦੇ ਹੱਦਬੰਦੀ। ਤਾਂ ਹੁਣ ਜਿਹੜੀ ਹੱਦਬੰਦੀ ਆ ਅਸਲ ਦੇ ਵਿੱਚ ਦੇਖੋ ਕੀ ਆ ਕਿ ਜਿਹੜੇ ਉੱਥੋਂ ਦੇ ਮੇਨ ਸਟ੍ਰੀਮ ਪੋਲੀਟੀਸ਼ੀਅਨ ਆ, ਜੇ ਆਪਾਂ ਜਿਹੜੇ ਅਲਗਾਵਵਾਦੀ ਆਪਾਂ ਜਿਹੜੇ ਕਹਿ ਦਿੰਦੇ ਆ, ਜਿਹੜੇ ਥੋੜੇ ਅੱਡ ਸੋਚ ਰੱਖਦੇ ਆ ਜਾਂ ਇਸ ਦੇਸ਼ ਤੋਂ ਕਹਿ ਲਓ ਕਿ ਅਲੱਗਾ ਹੋਣਾ ਚਾਹੁੰਦੇ ਆ, ਉਹਨਾਂ ਦੀ ਪੋਲੀਟਿਕਸ ਨੂੰ ਜੇ ਛੱਡ ਦਈਏ ਤਾਂ ਜਿਹੜੀਆਂ ਮੁੱਖ ਤੌਰ ਤੇ ਪਾਰਟੀਆਂ ਨੇ ਉੱਥੇ ਮੁੱਖ ਧਾਰਾ ਦੇ ਵਿੱਚ ਜਿਹੜੀਆਂ ਸਿਆਸਤ ਕਰਦੀਆਂ ਨੇ,
ਉਹ ਤਕਰੀਬਨ ਸਹਿਮਤ ਨੇ। ਉਹਨਾਂ ਨੂੰ ਪਤਾ ਕਿ ਸਾਡਾ ਭਵਿੱਖ ਇੰਡੀਆ ਨਾਲ ਰਹਿ ਕੇ ਹੀ ਰਾਜਨੀਤਿਕ ਤੌਰ ਤੇ ਅੱਗੇ ਵੱਧ ਸਕਦਾ, ਕਿਉਂਕਿ ਕੱਲ ਨੂੰ ਦੂਜੇ ਪਾਸੇ ਤਾਂ ਜੁੱਤੀਆਂ ਪੈਣਗੀਆਂ ਸਾਨੂੰ। ਸੋ ਉਹ ਤਕਰੀਬਨ ਸਹਿਮਤ ਨੇ, ਪਰ ਰੌਲਾ ਪੈਂਦਾ ਹੁਣ ਹੱਦਬੰਦੀ ਦਾ, ਕਿਉਂਕਿ ਉੱਥੇ ਹੱਦਬੰਦੀ ਕਮਿਸ਼ਨ ਗਿਆ ਵਾ। ਕੱਲ ਵੀ ਮੀਟਿੰਗ ਸੀਗੀ, ਇਸ ਮੀਟਿੰਗ ਦੇ ਵਿੱਚ ਮੇਰੇ ਖਿਆਲ ਨਾਲ ਜਦੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ ਆ 24 ਨੂੰ ਹੋਈ ਆ ਮੇਰੇ ਖਿਆਲ ਦੇ ਨਾਲ, ਉਸ ਟਾਈਮ ਤਾਂ ਸਾਰੀਆਂ ਪਾਰਟੀਆਂ ਗਈਆਂ ਨੇ, ਤਕਰੀਬਨ ਸਾਰੀਆਂ 14-15 ਪਾਰਟੀਆਂ ਗਈਆਂ ਸਨ। ਪਰ ਕੱਲ ਦੀ ਮੀਟਿੰਗ ਦੇ ਵਿੱਚੋਂ PDP ਜਿਹੜੀ ਆ ਉਹ ਗਾਇਬ ਹੋ ਗਈ, ਮਤਲਬ ਕਿ PDP ਉਹਦੇ ਚੋਂ ਨਹੀਂ ਆਈ। ਮਹਿਬੂਬਾ ਮੁਫਤੀ ਦੀ ਹੈਗੀ ਆ ਪਾਰਟੀ, ਉਹ ਗਾਇਬ ਰਹੀ ਹੈ। ਇੱਕ ਹੋਰ ਪਾਰਟੀ ਗਾਇਬ ਹੋ ਗਈ, ਕਿਉਂਕਿ ਇਹਨਾਂ ਦਾ ਥੋੜਾ ਜਿਹਾ, ਜੇ ਤੁਸੀਂ ਵੇਖੋਗੇ ਜੋ ਬਿਆਨਾਂ ਦਾ ਸਿਲਸਿਲਾ ਸੀਗਾ ਮੋਦੀ ਸਾਹਿਬ ਦੇ ਨਾਲ ਮੀਟਿੰਗ ਤੋਂ ਪਹਿਲਾਂ, ਉਹ ਵੀ ਇਹਨਾਂ ਦਾ ਥੋੜਾ ਜਿਹਾ ਸੁਰ ਵੱਖਰਾ ਸੀਗਾ। ਮਤਲਬ ਕਿ ਬੀਬੀ ਜਿਹੜੀ ਆ 370 ਜਾਂ ਜੋ ਰਿਹਾਈ ਆ ਕੈਦੀਆਂ ਦੀ, ਸਿਆਸੀ ਕੈਦੀਆਂ ਦੀ, ਉਹਦੇ ਤੇ ਜ਼ਿਆਦਾ ਤਵੱਜੋ ਦੇ ਰਹੀ ਸੀਗੀ। ਹੱਦਬੰਦੀ ਦਾ ਰੌਲਾ ਜਿਹੜਾ ਸਿੰਪਲੀ ਤਰੀਕੇ ਨਾਲ, ਜੇ ਤੁਹਾਡੇ ਕੋਲ ਸਮਾਂ ਆ ਮੈਂ ਤੁਹਾਨੂੰ ਸਮਝਾ ਦੂੰਗਾ ਕਿ ਇਹਦੇ ਵਿੱਚ ਅੜਚਨ ਕੀ ਹੈ, ਕਿ ਵਿਰੋਧਤਾ ਕਿੱਥੇ ਆ। ਆਪਾਂ ਉਦਾਂ ਤਾਂ ਕਹਾਂਗੇ ਕਿ ਹਾਂ ਜੀ ਇਹ ਹੱਦਬੰਦੀ ਸਾਰੀਆਂ ਸਟੇਟਾਂ 'ਚ ਹੁੰਦੀ ਆ, ਪਰ ਉੱਥੇ ਦਿੱਕਤ ਇਹ ਆ ਕਿ ਜਿੱਦਾਂ ਕਹਿ ਲਓ ਕਿ ਮੁਸਲਮਾਨ ਭਾਈਚਾਰਾ ਜਿਹੜਾ ਉਹਦੀ ਰਾਜਨੀਤਿਕ ਸ਼ਕਤੀ ਨੂੰ ਹੋਰ ਖੋਰਾ ਲਾਉਣਾ ਚਾਹੀਦਾ, ਉਹ ਇਸ ਚੀਜ਼ ਨੂੰ ਮੰਨ ਕੇ ਜਾ ਰਹੇ ਆ ਕਿ ਹੱਦਬੰਦੀ ਦੇ ਬਹਾਨੇ ਸਾਡੀ ਪੋਲਿਟਿਕਸ ਦੇ ਵਿੱਚ ਜਿਹੜੀ ਸ਼ਕਤੀ ਆ, ਜੋ ਸਾਡੀ ਪਾਵਰ ਆ, ਉਹਨੂੰ ਹੋਰ ਕਮਜ਼ੋਰ ਕਰ ਦਿੱਤਾ ਜਾਏਗਾ 370 ਤੋਂ ਬਾਅਦ। ਜੀ ਬਿਲਕੁਲ, ਮੈਂ ਸਮਝ ਗਿਆ ਤੁਹਾਡੀ ਗੱਲ। ਪਹਿਲਾਂ ਹੀ ਹੱਦਬੰਦੀਆਂ ਜਿਹੜੀਆਂ ਨੇ, ਜਿਹਦੀ ਜਿੱਧਰ ਕਿਤੇ ਮਾੜੀ ਜਿਹੀ ਸੇਹ ਹੋਵੇ ਉਹਨੂੰ ਉਹਦੇ ਨਾਲ ਰਲਗੜ ਕਰਕੇ ਤੋੜਿਆ ਤੇ ਜੋੜਿਆ ਜਾਂਦਾ। ਖੈਰ, ਇਹ ਕਸ਼ਮੀਰ ਵਿੱਚ ਹੱਦਬੰਦੀ ਤੇ ਸ਼ੱਕ ਜਤਾਇਆ, ਆਉਣ ਵਾਲੇ ਦਿਨਾਂ 'ਚ ਫਿਰ ਗੱਲਬਾਤ ਚੱਲਦੀ ਰਹੇਗੀ। ਆਓ, ਭਾਜਪਾ ਨੇ ਪਤਾ ਲੱਗਾ ਹੈ ਕਿ ਇੱਕ ਜਵਾਨ ਦੀ ਮੌਤ ਦੇ ਮਾਮਲੇ 'ਚ ਨਿਆਂ ਮੰਗਿਆ। ਕੀ ਹੈ ਮਾਮਲਾ? ਹਾਂਜੀ, ਦੇਖੋ ਇਹ ਨਾ ਜਿਹੜਾ ਮਸਲਾ ਹੈ, ਵੈਸੇ ਪੰਜਾਬ ਦੇ ਵਿੱਚ ਉੱਠਣਾ ਚਾਹੀਦਾ ਸੀਗਾ ਮਸਲਾ, ਉਹਨਾਂ ਉੱਠਿਆ ਨਹੀਂ ਹੈ, ਲੱਭ ਜੇ ਗਿਆ ਮਸਲਾ। ਪਰ ਇਹ ਮਾਮਲਾ ਜਿਹੜਾ ਉਹ ਸ਼ੱਕੀ ਹੈ, ਕਿਉਂਕਿ ਇਹਦੇ ਵਿੱਚ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸ ਦੇਵਾਂ ਕਿ ਇਹ ਜਿਹੜੀ ਘਟਨਾ ਹੈ ਪਿਛਲੇ ਦਿਨਾਂ ਦੀ ਘਟਨਾ, ਉਹਦੇ 'ਚ ਹੋਇਆ ਕੀ ਸੀਗਾ ਕਿ ਪਹਿਲਾਂ ਇਹ ਖਬਰ ਆਈ ਕਿ ਕੋਈ ਬੰਦਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੇਅਦਬੀ ਕਰਨੀ ਸੋਚਦਾ ਸੀਗਾ ਤੇ ਫਿਰ ਭੀੜ ਨੇ ਕੁੱਟਿਆ ਤੇ ਮਤਲਬ ਕਿ ਲਿੰਚਿੰਗ ਹੋ ਗਈ ਤੇ ਮਰ ਗਿਆ। ਇਸ ਤਰ੍ਹਾਂ ਆਈ ਖਬਰ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਜਵਾਨ ਸੀਗਾ ਕਿਸੇ ਨੀਮ ਫੌਜੀ ਦਸਤੇ ਦਾ, ਤੇ ਅਰੁਣਾਚਲ ਦੇ ਵਿੱਚ ਡਿਊਟੀ ਕਰਦਾ ਸੀਗਾ। ਉਹ ਰਾਤ ਨੂੰ ਉਤਰਿਆ ਵਾ, ਘਰੇ ਉਹਨੇ ਫੋਨ ਕੀਤਾ, ਇਹ ਦੂਸਰਾ ਪੱਖ ਹੈਗਾ, ਤੇ ਘਰ ਦੇ ਉਹਨੂੰ ਲੈਣ ਆ ਰਹੇ ਸੀਗੇ। ਇਸ ਤਰ੍ਹਾਂ ਉਹ, ਕਿਉਂਕਿ ਹੁਣ ਗਰਮੀ ਬੜੀ ਆ, ਪਾਣੀ ਪੂਣੀ ਮਤਲਬ ਕਿ ਪੀਣ ਲਈ ਅੰਦਰ ਗਿਆ ਤੇ ਉੱਥੋਂ ਰੌਲਾ ਪੈ ਗਿਆ। ਮਤਲਬ ਕਿ ਫਿਰ ਭੀੜ ਨੇ ਉਹਦਾ ਕੁਟਾਪਾ ਕੀਤਾ, ਜਿਸ ਦੌਰਾਨ ਉਹ ਮਰ ਗਿਆ। ਤਾਂ ਹੋਈ ਤਾਂ ਇੱਕ ਤਰ੍ਹਾਂ ਨਾਲ ਲਿੰਚਿੰਗ ਆ। ਇਹ ਦੋ ਪੱਖ ਆ, ਦੋਨੇ ਮੈਂ ਦੱਸ ਦਿੱਤੇ ਆ ਤੁਹਾਨੂੰ। ਕਿ ਇੱਕ ਪੱਖ ਪਹਿਲਾਂ ਇਹ ਆਇਆ ਕਿ ਵੇਖੋ ਜੀ, ਉਹ ਬੰਦਾ ਜਿਹੜਾ ਬੇਅਦਬੀ ਕਰਨ ਦੀ ਚਾਹਤ ਦੇ ਨਾਲ ਜਾਂ ਉਹ ਇੱਕ ਸਾਜ਼ਿਸ਼ ਦੇ ਨਾਲ ਉਹ ਇੱਧਰ ਆਇਆ, ਤੇ ਉਸ ਤੋਂ ਬਾਅਦ ਫਿਰ ਉਹ ਹੋ ਗਿਆ, ਕਾਂਡ ਹੋ ਗਿਆ। ਹੁਣ ਦੂਜਾ ਪੱਖ ਇਹ ਆਇਆ ਕਿ ਨਹੀਂ ਉਹ ਡਿਊਟੀ ਕਰਕੇ ਆਇਆ ਸੀ, ਜਵਾਨ ਸੀ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਵਾਨ ਹੀ ਸੀਗਾ। ਹੁਣ ਇਹਦੇ ਵਿੱਚ ਜਿਹੜੇ ਕੁਝ ਬੰਦੇ ਨਾਮਜ਼ਦ ਕੀਤੇ, ਇੱਕ ਦੀ ਗ੍ਰਿਫਤਾਰੀ ਹੋਈ ਆ, ਉਹਨੂੰ ਕੁਝ ਸਿੱਖ ਜਥੇਬੰਦੀਆਂ ਕਹਿੰਦੀਆਂ ਕਿ ਨਜਾਇਜ਼ ਤੌਰ ਤੇ ਜੀ ਸ਼ਾਮਲ ਕੀਤਾ ਗਿਆ। ਪਰ ਇਹ ਕਲੀਅਰ ਨਹੀਂ ਕੀਤਾ ਜਾ ਰਿਹਾ ਕਿ ਜਿਹੜੀ ਲਿੰਚਿੰਗ ਹੋਈ ਆ ਕਿਉਂ ਹੋਈ, ਉਹ ਕਿਉਂ ਹੋਈ। ਬਿਲਕੁਲ ਉਹਦੀ ਕਹਾਣੀ, ਜੇ ਅਸੀਂ ਗਊ ਦੇ ਨਾਂ ਤੇ ਲਿੰਚਿੰਗ ਦੀ ਨਖੇਦੀ ਕਰਦੇ, ਬਿਲਕੁਲ ਸ਼ਰੇਆਮ ਦਿੱਤੀ ਵੀ ਤਾਂ ਹੋਏਗੀ, ਕਿਉਂਕਿ ਬੇਅਦਬੀ ਹੋਈ ਨਹੀਂ ਕੋਈ ਕਿਸੇ ਕਿਸਮ ਦੀ ਘਟਨਾ ਵਾਪਰੀ। ਸ਼ੱਕ ਦੀ ਬਿਨਾਂ ਤੇ ਬੰਦੇ ਦਾ ਜਿਹੜਾ ਉਹ ਮਰ ਜਾਣਾ, ਬਾਕੀ ਉਹ ਕਿਤੇ ਨਾ ਕਿਤੇ ਨਖੇਦੀ ਜਨਕ ਤੇ ਹੈਗਾ। ਹੁਣ ਇਹ ਭਾਜਪਾ ਵਾਲੇ ਮੁੱਦਾ ਚੁੱਕ ਰਹੇ ਨੇ, ਕਿਉਂਕਿ ਡੈਫੀਨਿਟਲੀ ਜੀ ਉਹਨਾਂ ਕੋਲ ਮੁੱਦਾ ਹੋਣਾ ਚਾਹੀਦਾ, ਮੁੱਦਾ ਚੁੱਕਣ ਦੀ ਹਿੰਦੂ ਕਮਿਊਨਿਟੀ ਤੋਂ ਆ। ਪਰ ਦੇਖੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋਣੀਆਂ ਚਾਹੀਦੀਆਂ। ਅਸਲ ਦੇ ਵਿੱਚ ਅਸਲੀਅਤ ਕੀ ਆ, ਹੁਣ ਸਰਕਾਰ ਹੀ ਕਰ ਸਕਦੀ ਹੈ ਨਾ। ਆਪਾਂ ਤਾਂ ਦੇਖੋ ਇੱਕ ਨਿਰਪੱਖ ਨਜ਼ਰੀਆ ਪੇਸ਼ ਕਰਨ ਦਾ ਯਤਨ ਕਰਦੇ ਹਾਂ ਕਿ ਦੋਨੇ ਪੱਖ ਆ, ਇਹਦੇ ਵਿੱਚੋਂ ਆਹ ਸਵਾਲ ਨਿਕਲ ਸਕਦਾ ਆ, ਪਰ ਉਹਦਾ ਹੱਲ ਕਿਵੇਂ ਕਰਨਾ ਵਾ, ਉਹ ਕਰਨਾ ਜੇ ਕੋਈ ਇਨਵੈਸਟੀਗੇਟਿਵ ਏਜੰਸੀ ਕੰਮ ਕਰੇਗੀ ਤਾਂ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਮੌਨ ਆ। ਔਰ ਜਿਵੇਂ ਪੰਜਾਬ ਸਰਕਾਰ ਇਹੋ ਜਿਹੇ ਮੁੱਦਿਆਂ ਤੇ, ਸੈਂਸਿਟਿਵ ਮੁੱਦਿਆਂ ਤੇ ਮੌਨ ਹੁੰਦੀ ਆ, ਭਾਜਪਾ ਵਾਲੇ ਹਮਲਾਵਰ ਹੋ ਜਾਂਦੇ ਆ। ਤੁਸੀਂ ਅਰਦਾਸ ਦਾ ਮਾਮਲਾ ਵੀ ਦੇਖਿਆ ਹੋਣਾ ਬਠਿੰਡੇ ਦਾ। ਬਿਲਕੁਲ। ਸੂਰੀ ਅਤੇ ਭੁਪਿੰਦਰ, ਮਿਸਟਰ ਸੂਰੀ ਤੇ ਮਿਸਟਰ ਭੁਪਿੰਦਰ ਦੋਨਾਂ ਨੂੰ ਲੱਗੀਆਂ ਹੱਥ ਘੜੀਆਂ, ਕੀ ਕਹਿਣਾ ਚਾਹੋਗੇ? ਮੰਦਭਾਗੀ ਆ। ਹੁਣ ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਨਾਲ ਵੀ ਥੋੜਾ ਕਨੈਕਟ ਕਰ ਲਓ।
ਸੂਰੀ ਕਈ ਮਹੀਨੇ ਚੁੱਪ ਰਹਿੰਦਾ ਹੈ। ਸੂਰੀ ਕਈ ਮਹੀਨੇ ਚੁੱਪ ਰਹਿੰਦਾ ਕਿਉਂਕਿ ਬੋਲਣਾ ਕਿਸੇ ਬੰਦੇ ਦੀ ਕੈਫੀਅਤ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਚੀਜ਼ਾਂ ਹੁੰਦੀਆਂ ਨੇ। ਕੁਝ ਬੰਦੇ ਜਾਣ ਬੁੱਝ ਕੇ ਬੋਲਦੇ ਨੇ। ਰੀਸੈਂਟਲੀ ਬੋਲਿਆ ਹੁਣ ਫੇਰ ਬਹੁਤ ਹਾਂਜੀ ਹੁਣ ਫੇਰ ਬੋਲਿਆ ਕਾਫੀ। ਹਾਂਜੀ ਹਾਂਜੀ ਉਹਨਾਂ ਦਾ ਕੰਮ ਹੀ ਇਹ ਹੈ ਨਾ ਕਿ ਭੜਕਾਓ ਆਪਣੀ ਕਮਿਊਨਿਟੀ ਨੂੰ ਵੀ ਤੇ ਦੂਜੀ ਕਮਿਊਨਿਟੀ ਨੂੰ ਵੀ ਭੜਕਾਓ। ਉਹਨਾਂ ਦਾ ਬਿਜ਼ਨਸ ਹੈ, ਇਹਦੇ ਵਿੱਚ ਉਹਨਾਂ ਦਾ ਕਾਰੋਬਾਰ ਹੈ। ਜਿੰਨਾ ਉਹ ਕੱਟੜਪੁਣਾ ਵਿਖਾਊਗੇ ਉਹਨਾਂ ਦਾ ਕਾਰੋਬਾਰ ਹੈ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਸੂਰੀ ਦੇ ਪਿੱਛੇ ਹਿੰਦੂ ਭਾਈਚਾਰੇ ਚੋਂ ਵੀ ਕੋਈ ਬਹੁਤਾ ਵੱਡਾ ਫਰਕ ਨਹੀਂ ਖਲੋਂਦਾ। ਇਹ ਚੀਜ਼ ਨੋਟ ਕਰੋ ਕਿਉਂਕਿ ਉਹ ਸਮਝਦੇ ਆ ਇਹਨਾਂ ਲੋਕਾਂ ਦਾ ਤਾਂ ਕੰਮ ਹੀ ਹੈ, ਇਹਨਾਂ ਨੇ ਧੰਦਾ ਬਣਾ ਰੱਖਿਆ। ਆਪ ਬਿਜ਼ਨਸ ਅੰਪਾਇਰ ਖੜਾ ਕਰ ਜਾਂਦੇ ਨੇ ਇਹਨਾਂ ਦੀ, ਕਿਉਂਕਿ ਦੌਲਤ ਤੇ ਕਦੇ ਕੋਈ ਕੁੰਡਾ ਹੀ ਹੈ ਨਹੀਂ ਗਾ, ਕੋਈ ਇਹਨਾਂ ਦੀ ਜਾਂਚ ਪੜਤਾਲ ਨਹੀਂ ਕਰਦਾ। 10-10 15-15 ਗਨਮੈਨ ਲਈ ਜਾਂਦੇ ਆ, ਡੀਜ਼ਲ ਲਈ ਜਾਂਦੇ ਆ। ਪਿੱਛੇ ਜੇ ਨਿਕਲਿਆ ਸੀਗਾ ਨਾ ਕਿ ਸਰਕਾਰੀ ਗੱਡੀ ਜਿਹੜੀ ਹੈ ਉਹ ਇੱਕ ਲੈ ਗਿਆ ਦਾਰੂ ਨਾਲ ਰੱਜ ਕੇ ਆਪ ਚਲਾ ਕੇ ਤੇ ਗਾਂ ਗੱਡੀ ਵੱਜ ਗਈ। ਬਾਅਦ ਚ ਪਤਾ ਲੱਗਿਆ ਕਿ ਉਹਦੀ ਦੁਕਾਨ ਤੇ ਲੱਗੇ CCTV ਕੈਮਰੇ ਵੀ ਸਰਕਾਰੀ ਪੈਸੇ ਨਾਲ ਲੱਗੇ ਹੋਏ ਨੇ। ਹਰੇਕ ਮਹੀਨੇ 400 ਲੀਟਰ ਤੇਲ ਮਿਲ ਰਿਹਾ ਹੈ। ਇਹ ਕਮਾਲ ਦੀਆਂ ਗੱਲਾਂ ਨੇ ਕਿ ਚਲੋ ਸਿਕਿਉਰਿਟੀ ਠੀਕ ਹੈ, 2 ਗਨਮੈਨ ਕਿਸੇ ਨੂੰ ਕੋਈ ਥ੍ਰੈਟ ਆ ਤਾਂ 2 ਗਨਮੈਨ ਤੁਸੀਂ ਦੇ ਦਿਓ। ਉਹਨੂੰ ਕਹੇ ਭਾਈ ਗੱਡੀ ਦਾ ਅਰੇਂਜਮੈਂਟ ਤੂੰ ਕਰ ਸਕਦਾ, ਕਿਉਂਕਿ ਜਿਹੜੀ ਵੱਡੀ ਦੁਕਾਨ ਹੈ ਉਹਦੀ ਇਲੈਕਟ੍ਰੋਨਿਕ ਦੀ ਵੱਡੀ ਦੁਕਾਨ ਸੀ ਉਸ ਹਿੰਦੂ ਆਗੂ ਦੀ। ਤਾਂ ਜਿਹੜਾ ਬੰਦਾ ਕੰਮ ਕਰ ਇਸ ਤਰ੍ਹਾਂ ਚਲਾਉਂਦਾ, ਜਿਹੜਾ ਤਾਂ ਗਰੀਬ ਮਾਤੜ ਹੈ ਉਹਨੂੰ ਜੇ ਸਿਕਿਉਰਿਟੀ ਦੇਣੀ ਹੈ ਹੁਣ ਤੇ ਆਪਾਂ ਨਹੀਂ ਕਹਿ ਸਕਦੇ ਕਿ ਤੂੰ ਪੇ ਕਰ। ਪਰ ਜਿਹੜਾ ਬੰਦਾ ਇਨਕਮ ਟੈਕਸ ਦੀ ਰਿਟਰਨ ਭਰਦਾ ਹੈ, ਟੈਕਸ ਪੇਅਰ ਆ, ਤੁਸੀਂ ਕਹਿ ਸਕਦੇ ਹੋ। ਤਾਂ ਏਦਾਂ ਮਤਲਬ ਕਿ ਕਿਸੇ ਨੇ ਕਦੇ ਕੋਈ ਚੈੱਕ ਹੀ ਨਹੀਂ ਕੀਤਾ। ਹੁਣ ਇਹ ਸੂਰੀ ਆ ਜਿਹੜਾ ਤੁਸੀਂ ਦੇਖੋਗੇ ਤੇ ਆਪ ਤਾਂ ਪੂਰਾ ਤਗੜਾ ਕਾਰੋਬਾਰੀ ਹੈ। ਐਸਾ ਨਹੀਂ ਹੈ ਕਿ ਐਵੇਂ ਉੱਥੇ ਉੱਠ ਕੇ ਕਰਦਾ ਗੱਲਾਂ ਦੀਆਂ ਬੱਸਾਂ ਬੁੱਸਾਂ ਨੇ ਇਹਦੀਆਂ ਜਿੰਨਾ ਕੋ ਮੈਂ ਉੱਥੇ ਸੁਣਿਆ ਅੰਮ੍ਰਿਤਸਰ ਦੇ ਵਿੱਚ। ਅੱਛਾ ਹੁਣ ਇਹਨਾਂ ਨੇ ਜਿਹੜਾ ਉਹ ਕੀਤਾ ਵਾ, ਉਹ 2 ਜਣੇ ਬੈਠ ਗਏ ਆ, ਦੋਨਾਂ ਨੇ ਉਹ ਕਹਿ ਲਓ ਕਿ ਨਫ਼ਰਤੀ ਭਾਸ਼ਣ ਦਿੱਤਾ ਹੈ ਜਿਹੜਾ ਰਹਿ ਰੱਬ ਦਾ ਨਾਮ ਬਹੁਤ ਜ਼ਿਆਦਾ। ਹਾਂਜੀ ਦਰਬਾਰ ਸਾਹਿਬ ਬਾਰੇ ਕੀ ਗੱਲਾਂ ਕਰੀਏ। ਹੁਣ ਅੱਛਾ ਦੂਜੇ ਪਾਸੇ ਇੱਕ ਭੁਪਿੰਦਰ ਸਿੰਘ ਉੱਠ ਪਿਆ, ਉਹਨੇ ਹਿੰਦੂ ਦੇਵੀ ਦੇਵਤਿਆਂ ਨੂੰ ਨਿਸ਼ਾਨੇ ਤੇ ਲੈ ਲਿਆ। ਦੇਖੋ ਹਿੰਦੂ ਦੇਵੀ ਦੇਵਤਿਆਂ ਨੂੰ ਤਾਂ ਦੂਜੇ ਵੀ ਮੰਨਦੇ ਹੋਣੇ, ਜਿਹੜੇ ਸੂਰੀ ਨੂੰ ਸਹੀ ਨਹੀਂ ਮੰਨਦੇ। ਬਿਲਕੁਲ ਇਹ ਵੀ ਤਾਂ ਹੈ ਨਾ ਕਿ ਜਦੋਂ ਤੁਸੀਂ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰ ਦਿੰਦੇ ਹੋ ਤਾਂ ਫਿਰ ਹੋਇਆ ਕੀ ਆ ਕਿ ਸੂਰੀ ਦਾ ਘਰਾਓ ਕਰਨ ਚਲੇ ਗਈਆਂ ਜਥੇਬੰਦੀਆਂ ਨੇ ਆਖਿਆ ਠੀਕ ਆ ਲਾਉਣੇ ਆ ਅਸੀਂ ਹੱਥ ਗਾੜੀ। ਉਹਦੇ ਤੇ ਕੇਸ ਦਰਜ ਕਰਕੇ ਉਹ ਦੂਜਾ ਤਾਂ ਹਾਲੇ ਗ੍ਰਿਫਤਾਰ ਨਹੀਂ ਹੋਇਆ ਮੈਨੂੰ ਲੱਗਦਾ। ਸੂਰੀ ਨੂੰ ਉਹਨਾਂ ਨੇ ਫੜ ਲਿਆ। ਸੂਰੀ ਦਾ ਤਾਂ ਬਿਸਤਰਾ ਉੱਥੇ ਲੱਗਾ ਹੀ ਆ ਪੱਕਾ। ਇਹਨੇ ਸਾਲ 'ਚ 2 ਮਹੀਨੇ ਲਾਉਣੇ ਹੀ ਲਾਉਣੇ ਆ। ਜੀ ਚੰਗਾ ਗਰਮੀ 'ਚ ਚਲਾ ਕੇ ਉੱਥੇ ਠੰਡਾ ਪਾਣੀ ਮਿਲੂਗਾ, ਸਿਰ 'ਚ ਪਊਗਾ, ਥੋੜੀ ਬਹੁਤੀ ਸੁਰਤ ਆਊਗੀ। ਤਾਂ ਦੂਜੇ ਪਾਸੇ ਕੀ ਹੈ ਕਿ ਉਹ ਜਿਹੜਾ ਹੈਗਾ ਸੀਗਾ ਭੁਪਿੰਦਰ ਸਿੰਘ, ਉਹਦੇ ਖਿਲਾਫ ਫਿਰ ਹਿੰਦੂ ਆਗੂਆਂ ਨੇ ਕਿਹਾ, ਉਹਨਾਂ ਆਖਿਆ ਕਿ ਜੇ ਇਹਦੇ ਤੇ ਮੁਕੱਦਮਾ ਬਣਦਾ ਹੈ ਫਿਰ ਮੁਕੱਦਮਾ ਤਾਂ ਉਹਦੇ 'ਚ ਵੀ ਬਣਦਾ, ਕਿਉਂਕਿ ਆਸਥਾ ਤਾਂ ਆਸਥਾ ਹੀ ਹੈ ਨਾ। ਆਸਥਾ ਤਾਂ ਫਿਰ ਜਦੋਂ ਇਸ ਤਰ੍ਹਾਂ ਤਰਕ ਹੋਣਗੇ ਤਾਂ ਦੋਹਾਂ ਪਾਸਿਆਂ ਤੋਂ ਹੋਣਗੇ, ਜਦੋਂ ਵਿਵਾਦ ਹੋਣਗੇ ਦੋਹਾਂ ਪਾਸਿਆਂ ਤੋਂ ਹੋਣਗੇ। ਪਰ ਇਹ ਤਰਕ ਦੀ ਜਾਂ ਕਹਿ ਲਓ ਆਲੋਚਨਾ ਦੀ ਬੜੀ ਗਿਰੀ ਹੋਈ ਹੱਦ ਆ। ਜੀ ਬਿਲਕੁਲ ਬਹੁਤ ਗਿਰੀ ਹੋਈ ਹੱਦ ਆ ਕਿ ਜੇ ਤੁਸੀਂ ਕੋਈ ਤਰਕ ਤਾਂ ਬਾਬਾ ਨਾਨਕ ਜੀ ਨੇ ਵੀ ਕੀਤਾ ਨਾ, ਗੁਰੂ ਨਾਨਕ ਸਾਹਿਬ ਨੇ ਵੀ ਕੀਤਾ। ਪਰ ਉਹ ਤਰਕ ਇੱਕ ਤੁਸੀਂ ਦੇਖੋ ਨਾ, ਉਹ ਤਰਕ ਜੇ ਪੜੋਗੇ ਬਾਣੀ ਦੇ ਵਿੱਚ ਤਾਂ ਉਹ ਤਰਕ ਵੀ ਤੁਹਾਨੂੰ ਸਿਖਾਉਂਦਾ ਹੈ। ਬਿਲਕੁਲ ਉਹਨਾਂ ਨੂੰ ਵੀ ਸਿਖਾਉਂਦਾ, ਉਹਨਾਂ ਨੂੰ ਵੀ ਸਿਖਾਉਂਦਾ। ਤੇ ਇਹ ਥੋੜੀ ਆ ਕਿ ਜੇ ਕੋਈ ਤਰਕ ਦੇ ਨਾਮ ਤੇ ਇਸ ਤਰ੍ਹਾਂ ਤੁਸੀਂ ਆਪਣੀ ਕਮਿਊਨਿਟੀ ਨੂੰ, ਕਿਉਂਕਿ ਇਹ ਚੀਜ਼ਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੋ ਰਹੀਆਂ ਨੇ। ਇਹਦੇ ਵਿੱਚ ਇਹ ਆ ਕਿ 40% ਹਿੰਦੂ ਇਸ ਟਾਈਮ ਹੈ ਪੰਜਾਬ ਦੇ ਵਿੱਚ। ਕਿਸੇ ਵੀ ਸਿਆਸੀ ਬਦਲਾਅ ਵਾਸਤੇ, ਕਿਸੇ ਵੀ ਸਮਾਜੀ ਬਦਲਾਅ ਵਾਸਤੇ ਉਸ ਭਾਈਚਾਰੇ ਨੂੰ ਅਣਦੇਖਿਆ ਕਰਕੇ ਤੁਸੀਂ ਅੱਗੇ ਵਧ ਹੀ ਨਹੀਂ ਸਕਦੇ। ਗੱਲ ਨੋਟ ਕਰ ਲਿਓ। ਸਿੱਖਾਂ ਦੀ ਆਬਾਦੀ ਘਟ ਰਹੀ ਹੈ, ਉਹਨਾਂ ਦੀ ਵੱਧ ਰਹੀ ਹੈ। 40% ਵਸੋਂ ਨੂੰ ਤੁਸੀਂ ਇਗਨੋਰ ਕਰਕੇ ਕੋਈ ਬਦਲਾਅ ਨਹੀਂ ਲਿਆ ਸਕਦੇ, ਚਾਹੇ ਸਮਾਜੀ ਆ ਚਾਹੇ ਸਿਆਸੀ ਆ। ਹੁਣ ਗੱਲ ਕੀ ਹੈ ਕਿ 40% ਵੋਟ ਤੇ ਜਿਹੜੇ ਮੰਨ ਲਓ 40% ਵਸੋਂ ਦਾ ਜਿਹੜਾ ਵੋਟ ਆ ਉਹਦੇ ਤੇ ਆਖਿਆ ਭਾਰਤੀ ਜਨਤਾ ਪਾਰਟੀ ਕਿ ਜਿੰਨਾ ਇਹ ਰੌਲਾ ਪਏਗਾ, ਹਿੰਦੂ ਸਿੱਖ ਬਣੇਗਾ, ਜਿਵੇਂ ਕਹਿ ਲਓ ਕਿ ਹਿੰਦੂ ਮੁਸਲਮਾਨ ਬਣਦਾ ਕਈਆਂ ਸਟੇਟਾਂ 'ਚ, ਉਹਨਾਂ ਨੂੰ ਫਾਇਦਾ ਹੈ। ਇਹ ਫਾਇਦਾ ਕੌਣ ਪਹੁੰਚਾ ਰਿਹਾ, ਕੌਣ ਇਹਦੇ 'ਚ ਸਾਥ ਦੇ ਰਿਹਾ ਹੈ? ਉਹ ਅਵੇਸੀ ਤੋਂ ਲੈ ਕੇ ਸੂਰੀ ਤੱਕ ਸਾਰੇ ਹੀ ਜਿਹੜੇ ਆ ਨਾ ਇਸ ਵੇਲੇ ਸ਼ੱਕ ਦੇ ਚੌਕਟੇ 'ਚ ਆ। ਬਿਲਕੁਲ ਇਹ ਤਾਂ ਸਮਝ ਚਾਹੀਦੀ ਹੈ ਜੀ। ਉੱਥੇ ਮੇਰੇ ਖਿਆਲ 'ਚ ਸਰਕਾਰ, ਪੰਜਾਬ ਸਰਕਾਰ ਜਾਂ ਕਿਸੇ ਵੀ ਸੂਬੇ ਦੀ ਸਰਕਾਰ ਇਹੋ ਜਿਹੇ ਜਿਹੜੇ ਮੂੰਹ ਫੱਟ ਨੇ, ਚਾਹੇ ਕੋਈ ਵੀ ਹੈ, ਚਾਹੇ ਉਹ ਭੁਪਿੰਦਰ ਵਰਗੇ ਨੇ ਤੇ ਚਾਹੇ ਸੂਰੀ ਵਰਗੇ ਨੇ, ਕਿਉਂਕਿ ਸੂਰੀ ਪਹਿਲ ਕੀਤੀ
ਤੇ ਜੇ ਭੁਪਿੰਦਰ ਨੇ ਉਹਦੇ ਜਵਾਬ ਦਿੱਤਾ ਜਾਂ ਭੁਪਿੰਦਰ ਨੇ ਪੈਰ ਕੀਤੀ, ਤੇ ਇਹਨਾਂ ਨੂੰ ਜਿਹੜੇ ਬਾਡੀਗਾਰਡ ਨੇ ਸਿੱਧਾ ਹੀ ਇੱਕ ਕਾਨੂੰਨ ਹੋਣਾ ਚਾਹੀਦਾ ਇਹੋ ਜਿਹਾ ਬਣ ਜੇ ਵੀ ਜੇ ਤੁਸੀਂ ਇਹੋ ਜਿਹੀ ਕੋਈ ਮਤਲਬ ਕਿਸੇ ਧਰਮ ਪ੍ਰਤੀ ਕੋਈ ਸ਼ਬਦਾਵਲੀ ਵਰਤਿਓ ਤੇ ਜਿਹੜੇ ਬਾਡੀਗਾਰਡ ਜਾਂ ਜਿਹੜਾ ਖਰਚਾ ਤੁਸੀਂ ਉਹਨਾਂ ਦਾ ਆਪ ਪੇ ਕਰੋਗੇ, ਵੇਖੋ ਕਿੱਦਾਂ ਸੁਧਰਦੇ। ਇਹਦਾ ਹੋਰ ਕਰਨਾ ਚਾਹੀਦਾ ਜੇ ਸਾਰੇ ਕੇਸ ਪੱਟ ਕੇ ਇਹਦੇ 2011 ਤੋਂ ਬਾਅਦ ਕੇਸ ਰਜਿਸਟਰਡ ਹੋਣੇ ਸ਼ੁਰੂ ਹੋਏ ਆ। ਸੁਣੀ ਦਾ ਮੈਂ ਇੱਕ ਦਿਨ ਕੱਢ ਰਿਹਾ ਸੀਗਾ, 2011 ਤੋਂ ਬਾਅਦ ਮੁਸਲਸਲ ਹੋ ਰਹੇ ਆ ਕੇਸ ਦਰਜ। ਸਾਰੀ ਫਾਈਲ ਬਣਾ ਕੇ ਸਰਕਾਰ ਜੱਜ ਦੇ ਸਾਹਮਣੇ ਕਿਉਂ ਨਹੀਂ ਰੱਖਦੀ? ਬਿਲਕੁਲ ਕਿ ਇਹ ਬੰਦਾ ਆਦਤਨ ਮੁਜਰਮ ਹੈ। ਆਦਤਨ ਬਿਲਕੁਲ ਭਾਈਚਾਰੇ ਚ ਪਾਰ ਪਾਉਂਦਾ ਜੀ। ਮੈਂ ਤੁਹਾਨੂੰ ਦੱਸਦਾ, ਜੇਬ ਕਤਰਾ ਹੁੰਦਾ ਜਿਹੜਾ, ਜੇਬ ਕੱਟਦਾ ਫੜਿਆ ਜਾਵੇ ਮਾਮੂਲੀ ਕੇਸ ਆ, ਉਹ ਬਹੁਤ ਮਾਮੂਲੀ ਕੇਸ ਆ। ਪਰ ਜੇ ਜਾ ਕੇ ਪੁਲਿਸ ਇਹ ਕਵੇ ਕਿ ਇਹ ਤਾਂ ਆਦਤਨ ਮੁਜਰਮ ਹੈ, ਇਹਨੇ ਬਾਹਰ ਆ ਕੇ ਸੁਧਰਨਾ ਨਹੀਂ ਹੈ, ਕੰਮ ਨਹੀਂ ਛੱਡਣਾ, ਤੇ ਉਹਨੂੰ ਵੀ ਜੱਜ ਛੇਤੀ ਜ਼ਮਾਨਤ ਨਹੀਂ ਦਿੰਦਾ। ਜੇ ਤੁਸੀਂ ਸਾਰੀ ਫਾਈਲ ਬਣਾ ਕੇ ਉਹਦੇ ਅੱਗੇ ਰੱਖ ਦਿਓ ਜੱਜ ਦੇ ਕਿਸੇ ਦੇ ਅੱਗੇ, ਜਦੋਂ ਜ਼ਮਾਨਤ ਹੁੰਦੀ ਹੈ ਇਹਨਾਂ ਦੇ, ਕਿ ਭਾਈ ਇਹ ਜ਼ਹਿਰ ਘੋਲਣੋਂ ਨਹੀਂ ਹਟਣਾ, ਬੋਲਣ ਦੀ ਆਜ਼ਾਦੀ, ਉਹ ਕਹੇਗਾ ਮੇਰੀ ਬੋਲਣ ਦੀ ਆਜ਼ਾਦੀ ਹੈ, ਪਰ ਬੋਲਣ ਦੀ ਆਜ਼ਾਦੀ ਤੇ ਸੰਵਿਧਾਨਿਕ ਕੰਧ ਰੱਖੀ ਹੋਈ ਹੈ, ਉਸ ਕੰਧ ਨੂੰ ਨਹੀਂ ਤੁਸੀਂ ਲੰਘ ਸਕਦੇ। ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੋ ਫਿਰਕਿਆਂ ਦੇ ਵਿੱਚ ਪਾੜ ਪਾ ਦਿਓ, ਤੁਸੀਂ ਕਿਸੇ ਦੀ ਕਿਰਦਾਰ ਕੁਸ਼ੀ ਕਰ ਦਿਓ, ਮਾੜਾ ਨਹੀਂ ਇਹਦੇ ਵਿੱਚੋਂ ਨਿਕਲਦੀ ਹੈ ਨਾ ਕਿ ਭਾਈ ਇਹ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਮੈਂ ਹੁਣ ਮਾਈਕ ਤੇ ਬੋਲ ਰਿਹਾ ਵਾਂ ਤੇ ਮੈਂ ਪੰਜਾਬ ਦੇ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵੀ ਆਮ ਬੰਦੇ ਦੇ ਮੈਂ ਕਿਰਦਾਰ ਤੱਕ ਵੀ ਚਲੇ ਜਾਵਾਂ, ਬਿਲਕੁਲ ਬਿਨਾਂ ਤੱਥਾਂ ਤੋਂ। ਬਿਲਕੁਲ। ਸੋ ਇਹ ਚੀਜ਼ ਆ ਕਿ ਫਾਈਲ ਬਣਾ ਕੇ ਵੀ ਰੱਖਣੀ ਚਾਹੀਦੀ ਹੈ ਜੱਜ ਦੇ ਕੋਲ ਕਿ ਇਹ ਬੰਦਾ ਸਮਾਜ ਲਈ ਇੱਕ ਖਤਰਾ ਹੈ ਜੀ। ਅੱਛਾ, ਜਿਹੜਾ ਬੱਲੜਵਾਲ ਕਤਲकांड ਹੈ ਉਹਦੀ ਇੱਕ ਵਾਰੀ ਫਿਰ ਤੋਂ ਲੱਗਾ ਪਤਾ ਕਿ ਨਵਾਂ ਮੋੜ ਆਉਣ ਦੀਆਂ ਖਬਰਾਂ ਨੇ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਚੌੜਾ ਕਤਲकांड ਸੀਗਾ, 4 ਕਤਲ ਹੋਏ ਨੇ ਇਸ ਮਾਮਲੇ ਦੇ ਵਿੱਚ। ਦੇਖੋ ਪਹਿਲਾ ਮੋੜ ਕੀ ਸੀਗਾ, ਪਹਿਲਾ ਮੋੜ ਇਹ ਸੀਗਾ ਕਿ ਜਦੋਂ ਇਹ ਕਤਲकांड ਅੰਜਾਮ ਦਿੱਤਾ ਗਿਆ, ਮੰਦਭਾਗੀ ਗੱਲ ਹੈ ਕਿ ਪਰਿਵਾਰ ਉੱਜੜ ਜਾਂਦੇ ਨੇ ਇਹੋ ਜਿਹੇ ਕਤਲकांडाਂ 'ਚ। ਸਾਡੇ ਲਾਗੇ ਵੀ ਕਈ ਇਹੋ ਜਿਹੇ ਕਤਲकांड ਹੋਏ ਆ ਮੇਰੀ ਸੰਭਾਲਾ ਤੋਂ ਬਾਅਦ, ਤੇ ਬੜੀ ਬਰਬਾਦੀ ਹੋਈ, ਮੁੜ ਕੇ ਤਗੜੇ ਘਰ ਵੀ ਰਗੜੇ ਗਏ, ਮਾੜੇ ਘਰ ਵੀ ਰਗੜੇ ਗਏ। ਏਦਾਂ ਹੀ ਹੁੰਦਾ ਜਦੋਂ ਇਹੋ ਜਿਹਾ ਕਤਲकांड ਵਾਪਰ ਜਾਂਦਾ। ਅੱਛਾ, ਉਸ ਤੋਂ ਬਾਅਦ 2 ਚੀਜ਼ਾਂ ਨਿਕਲੀਆਂ ਵੀ ਕਾਰਨ ਕੀ ਰਿਹਾ ਯਾਰ, ਇੰਨਾ ਤਕੜਾ ਕਤਲकांड ਹੋ ਗਿਆ, ਕੋਈ ਬੰਦਾ ਉੱਠ ਕੇ 4 ਬੰਦੇ ਮਾਰ ਦਿੰਦਾ, ਕੋਈ ਤੇ ਵਜ੍ਹਾ ਰਹੀ ਹੋਏਗੀ ਨਾ। ਤਾਂ 2 ਵਜ੍ਹਾ ਨਿਕਲੀਆਂ। ਕੁਝ ਅਖਬਾਰਾਂ ਨੇ ਲਿਖਿਆ ਕਿ ਇਹ ਅਸਲ ਦੇ ਵਿੱਚ ਚੋਣ ਰੰਜਿਸ਼ ਸੀਗੀ, ਮਤਲਬ ਕਿ ਇਲੈਕਸ਼ਨ ਦੀ ਖਾਰ ਸੀਗੀ। ਇਹ ਜਿਹੜਾ ਪੀੜਤ ਪਰਿਵਾਰ ਆ ਜਿਨ੍ਹਾਂ ਦੇ ਬੰਦੇ ਮਰੇ ਆ, ਇਹਨਾਂ ਨੇ ਦੂਜੀ ਧਿਰ ਦੇ ਬਰੋਬਰ ਇਲੈਕਸ਼ਨ ਲੜਿਆ ਸੀ, ਨੰਬਰ 1 ਇਹ ਪੱਖ ਆਇਆ। ਪਰ ਦੂਸਰੇ ਪਾਸੇ ਕੁਝ ਅਖਬਾਰਾਂ ਨੇ ਕਿਹਾ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਸੀ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਉੱਥੋਂ ਦਾ SSP ਸੀ ਉਹਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ। ਤੇ ਦੂਸਰੇ ਪਾਸੇ DSP ਕਹਿ ਰਿਹਾ ਸੀ ਜਾਂ SHO ਬਾਈਟ ਦੇ ਰਿਹਾ ਸੀ, ਉਹ ਕਹਿ ਰਿਹਾ ਸੀ ਨਹੀਂ ਇਲੈਕਸ਼ਨ ਦੀ ਰੰਜਿਸ਼ ਆ। ਤਾਂ ਇਸ ਤਰ੍ਹਾਂ ਨਾਲ ਕਹਿ ਲਓ ਕਿ ਕੰਟਰਾਡਿਕਟ ਦੀ ਕਹਾਣੀ ਬਣ ਗਈ ਵਜ੍ਹਾ ਦੀ। ਤਾਂ ਦੂਜੇ ਪਾਸੇ ਚਲੋ ਬੰਦਾ ਜਿਹੜਾ ਗੁਨਾਹਗਾਰ ਸੀਗਾ ਜਿਹਨੇ ਇਸ ਕਤਲकांड ਨੂੰ ਅੰਜਾਮ ਦਿੱਤਾ, ਉਸ ਬੰਦੇ ਨੂੰ ਅਰੈਸਟ ਕਰ ਲਿਆ ਗਿਆ। ਅਰੈਸਟ ਕਰਨ ਤੋਂ ਬਾਅਦ ਹੁਣ ਉਹਦੀ ਲੜਕੀ ਆ ਗਈ ਹੈ ਸਾਹਮਣੇ। ਉਹ ਕਹਿੰਦੀ ਹੈ ਕਿ ਦਰਅਸਲ ਇਸ ਕਤਲकांड ਦੀ ਜਿਹੜੀ ਬੁਨਿਆਦ ਆ ਇਹ ਉਦੋਂ ਰੱਖੀ ਗਈ ਆ ਕਿ ਜਦੋਂ ਮੈਨੂੰ ਰਾਤ ਨੂੰ ਇਹ 2-4 ਜਣੇ, ਪਤਾ ਨਹੀਂ ਕਿੰਨੇ ਦੱਸੇ ਉਹਨੇ, ਐਗਜ਼ੈਕਟ ਮੈਨੂੰ ਗਿਣਤੀ ਨਹੀਂ ਪਤਾ, ਕਿ ਇਹ ਮੈਨੂੰ ਕੋਈ ਚੀਜ਼ ਵਗੈਰਾ ਸੁੰਘਾ ਕੇ ਇਹ ਲੈ ਗਏ ਨੇ ਮੋਟਰ ਤੇ ਮੈਂ ਤੜਕੇ 5 ਵਜੇ ਪਰਤੀ ਆ। ਉਸ ਤੋਂ ਬਾਅਦ ਫਿਰ ਇਹ ਸਭ ਕੁਝ ਵਾਪਰਿਆ ਕਿਉਂਕਿ ਮੇਰਾ ਪਿਤਾ ਉੱਥੇ ਗੱਲ ਕਰਨ ਗਿਆ ਉਹਨਾਂ ਦੇ ਨਾਲ, ਮੇਰਾ ਹੋਇਆ ਰੇਪ ਤੇ ਮੇਰੀ ਕੋਈ ਡਾਕਟਰੀ ਜਾਂਚ ਵਗੈਰਾ ਨਹੀਂ ਕਰਵਾਈ ਜਾ ਰਹੀ, ਉਹਨਾਂ ਦੇ ਰਿਸ਼ਤੇਦਾਰਾਂ ਦਾ ਇਹ ਦੋਸ਼ ਆ। ਸੋ ਇਸ ਕਹਾਣੀ ਦੇ ਵਿੱਚ ਨਵਾਂ ਟਵਿਸਟ ਆ। ਪਰ ਇੱਥੇ ਵੀ ਕਈ ਸਵਾਲ ਖੜੇ ਹੋਣਗੇ ਨਾ ਕਿ ਕਿਸੇ ਬਾਪ ਨੂੰ ਜੇ ਖਬਰ ਲੱਗਦੀ ਆ ਕਿ ਉਹਦੀ ਲੜਕੀ ਨਾਲ ਰੇਪ ਹੋਇਆ, ਪਹਿਲੀ ਗੱਲ ਤੇ ਹੈ ਕਿ ਘਰ ਦੇ ਵਿੱਚੋਂ ਚੁੱਕਿਆ ਗਿਆ ਉਹਨੂੰ, ਇਹ ਵੀ ਇੱਕ ਸਵਾਲ ਰਹੇਗਾ ਰਾਤ ਨੂੰ। ਦੂਜੀ ਗੱਲ ਇਹ ਹੈ ਕਿ ਜੇ ਮੰਨ ਲਓ ਕਿਸੇ ਬਾਪ ਨੂੰ ਰੇਪ ਦੀ ਖਬਰ ਲੱਗਦੀ ਹੈ ਤਾਂ ਉਹ ਉਹਨਾਂ ਦੇ ਘਰ 'ਚ ਕਿਵੇਂ ਜਾਊਗਾ, ਮੋਟਰ ਤੇ ਕਿਵੇਂ ਜਾਊਗਾ, ਖੇਤ 'ਚ ਕਿਵੇਂ ਜਾਊਗਾ? ਉਹ ਬਣਦਾ ਤਾਂ ਕੀ ਹੈ ਕਿ ਪੁਲਿਸ ਕੋਲ ਜਾਣਾ, ਮਾਮਲਾ ਦਰਜ ਕਰਵਾਓ। ਸੋ ਇਹ ਕਈ ਪੱਖ ਨੇ। ਮੈਂ ਨਹੀਂ ਕਹਿੰਦਾ ਕਿ ਹੁਣ ਕੋਈ ਵੀ ਪੱਖ ਹੈ ਜਿਹੜਾ ਉਹ ਇਸ ਟਾਈਮ ਸੱਚਾ ਜਾਂ ਝੂਠਾ ਹੈ। ਤਾਂ ਇਹ ਹਰੇਕ ਕਹਾਣੀ 'ਚੋਂ ਇੱਕ ਨਵੀਂ ਕਹਾਣੀ ਨਿਕਲ ਰਹੀ ਹੈ ਜੀ। ਔਰ ਕਿ ਪ੍ਰੇਮ ਪ੍ਰਸੰਗ ਤੋਂ ਲੈ ਕੇ ਹੁਣ ਤੱਕ ਰੇਪ ਤੱਕ ਇਹ ਪਹੁੰਚ ਚੁੱਕੇ ਆ ਕਿ ਵਜ੍ਹਾ ਕੀ ਰਹੀ ਆ। ਦੇਖੋ ਗਾਂ ਅੱਗੇ ਜਦੋਂ ਕੋਈ ਮੈਡੀਕਲ ਹੋਏਗਾ, ਹਾਲਾਂਕਿ ਪੁਲਿਸ ਕਹਿੰਦੀ ਕਿ ਸਾਡੇ ਕੋਲ ਇਹਨਾਂ ਦੀ ਸ਼ਿਕਾਇਤ ਨਹੀਂ ਕੀਤੀ, ਜਦ ਵੀ ਇਹ ਲਿਖਤੀ ਸ਼ਿਕਾਇਤ ਕਰਨਗੇ ਅਸੀਂ ਇਸ ਮਾਮਲੇ ਦੀ ਵੀ ਜਾਂਚ ਆਰੰਭ ਦੇਵਾਂਗੇ।
ਮਿੰਟੂ ਜੀ ਅੰਜੂ ਜੀ ਨੇ ਇੱਕ ਟੈਕਸਟ ਭੇਜਿਆ, ਬ੍ਰੇਕਿੰਗ ਨਿਊਜ਼ ਤਾਂ ਨਹੀਂ ਕਹੀ ਜਾ ਸਕਦੀ, ਸੈਡ ਨਿਊਜ਼ ਹੈ ਕਿ ਸਦੀ ਦੇ ਮਹਾਨਾਇਕ ਕਹੇ ਜਾ ਸਕਦੇ ਨੇ ਇਹ ਵੀ ਦਲੀਪ ਕੁਮਾਰ ਹਾਂਜੀ ਚੱਲ ਵਸੇ ਨੇ, ਤੇ ਇਹੀ ਸ਼ਰਧਾਂਜਲੀ ਜੀ ਉਹਨਾਂ ਨੂੰ। ਬਹੁਤ ਪਿਆਰੀਆਂ ਪਿਆਰੀਆਂ ਫਿਲਮਾਂ ਦਿੱਤੀਆਂ ਨੇ। ਮੁਗਲ ਆਜ਼ਮ ਹਾਂਜੀ ਆਪਣੇ ਵੇਲੇ ਦੀ ਇੱਕ ਬਹੁਤ ਵੱਡੀ ਫਿਲਮ, ਅਦਾਕਾਰ ਬਹੁਤ ਤਗੜੇ ਸਨ ਔਰ ਉਹਨਾਂ ਨੂੰ ਕਈਆਂ ਨੇ ਕਾਪੀ ਕੀਤੀ ਹੈ। ਸੋ ਅੱਜ 65 ਸੁਪਰ ਹਿੱਟ ਫਿਲਮ ਹੈ ਦਲੀਪ ਕੁਮਾਰ ਦੀ, 65 ਵਾਓ, ਜਿਹੜੀ ਕਿ ਇੱਕ ਕਹਿ ਸਕਦੇ ਹਾਂ ਕਿ ਰਿਕਾਰਡ ਹੋਏਗਾ ਉਸ ਟਾਈਮ ਦਾ। 65 ਫਿਲਮਾਂ ਸੁਪਰ ਹਿੱਟ ਦੇਣੀਆਂ ਕਿਸੇ ਹਾਰੀ ਸਾਰੀ ਐਕਟਰ ਦਾ ਕੰਮ ਨਹੀਂ ਹੈ। ਅੱਜ ਕੱਲ ਕਿਸੇ ਦੀ ਇੱਕ ਸੁਪਰ ਹਿੱਟ ਫਿਲਮ ਚਲੇ ਜਾਵੇ ਤੇ ਉਹ ਬੰਦਾ ਸਟਾਰ ਬਣ ਜਾਂਦਾ ਹੈ। ਬਿਲਕੁਲ, ਤੇ ਮੈਂ ਕਹਿੰਦਾ ਗਾਣਾ ਕਿਹਦਾ ਹਿੱਟ ਹੋ ਜੇ ਬੰਦੇ ਨੂੰ ਬੰਦਾ ਨਹੀਂ ਬੰਦਾ ਸਮਝਦਾ ਇੱਥੇ। ਜਦੋਂ ਰੇਡੀਓ ਸਾਨੂੰ ਕਾਲਾਂ ਆ ਜਾਣ ਤੇ ਅਸੀਂ ਸਮਝਦੇ ਕਿ ਬੜੇ ਬੱਲੇ ਬੱਲੇ ਤੇ ਨੱਪ ਦਿੱਤਾ ਵਿਰੋਧੀ। ਤੇ ਬਹੁਤ ਪਿਆਰੀ ਸ਼ਖਸੀਅਤ, ਕਦੀ ਕੰਟਰੋਵਰਸੀ ਨਹੀਂ ਦੇਖੀ ਜੀ ਇਹਨਾਂ ਦੀ, ਔਰ ਬਹੁਤ ਵਧੀਆ ਤਰੀਕੇ ਨਾਲ ਅਦਾਕਾਰੀ ਕਰਕੇ ਤੇ ਇਸ ਸੰਸਾਰ ਨੂੰ ਉਹ ਅਲਵਿਦਾ ਕਹਿ ਗਏ ਨੇ। ਜਾਣਾ ਤਾਂ ਸਾਰਿਆਂ ਨੇ ਜੀ। ਚਲੋ ਇਹ ਉਹੀ ਲੋਕ ਨੇ ਜਿਨ੍ਹਾਂ ਬਾਰੇ ਆਪਾਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਹਜ਼ਾरों ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਫਿਰ ਕਹੀਂ ਹੋਤਾ ਹੈ ਚਮਨ ਮੈਂ ਦੀਦਾਵਰ ਪੈਦਾ। ਫਿਲਮਾਂ ਵੇਖਿਆ ਕਰਾਂਗੇ ਤੇ ਯਾਦ ਕਰਿਆ ਕਰਾਂਗੇ। ਇਹੀ ਜਾਣਾ ਤਾਂ ਸਾਰਿਆਂ ਨੇ। ਚਲੋ ਇਹ ਲੋਕ ਨੇ, ਇਹ ਹਮੇਸ਼ਾ ਹੀ ਜੀਂਦੇ ਨੇ ਫਿਲਮਾਂ ਦੇ ਪਰਦੇ ਦੇ ਉੱਤੇ, ਲੱਗਣਾ ਹੀ ਨਹੀਂ ਕਿ ਗਏ ਨੇ ਇਸ ਸੰਸਾਰ ਤੋਂ। ਖੈਰ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ, ਸੋ ਨਾਈਸ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।